ਧੰਨ ਗੁਰੂ ਨਾਨਕ ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਆਯੁਨੀ ਸੈਭੰ ਗੁਰ ਪ੍ਰਸਾਦ ਤਰਨਾਪੋ ਇਉਂ ਹੀ ਗਇਓ ਲਿਓ ਤਰਾ ਤਨ ਜੀਤ ਕਉ ਨਾਨਕ ਭਜ ਹਰਿ ਮਨਾ ਔਦ ਜਾਤ ਹੈ ਬੀਤ ਬਿਰਧ ਪਇਓ ਸੂਝੇ ਨਹੀਂ ਕਾਲ ਪਹੁੰਚਿਓ ਆਨ ਕਉ ਨਾਨਕ ਨਰ ਬਾਬਰੇ ਕਿਉ ਨਾ ਭਜੇ ਭਗਵਾਨ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਧੰਨ ਵਾਹਿਗੁਰੂ ਸਾਹਿਬ ਜੀਓ ਕਬੀਰ ਕਾਰਨ ਸੋ ਪਿਆ ਜੋ ਕੀਨੋ ਕਰਤਾਰ ਤਿਸ ਬਿਨ ਦੂਸਰ ਨਾ ਕੋ ਨਹੀਂ ਨਾਹੀ ਏਕ ਸਿਰਜਣਹਾਰ ਕਬੀਰਾ ਰਾਮ ਨਾ ਚੇਤਿਓ ਜਰਾ ਪਹੁੰਚਿਓ ਆਏ ਲਾਗੇ ਮੰਦਰ ਦੁਆਰ ਕਹਿ ਤੇ ਆਵਗਿਆ ਕਾਢਿਆ ਜਾਏ ਬੜਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹਾਂ ਪਾਤਸ਼ਾਹ ਨਿਸ਼ਚਲ ਚੌਰ ਛੱਤ ਦੇ ਸਦੀਵੀ ਪਾਤਸ਼ਾਹ ਸ਼ਬਦ ਗੁਰੂ ਸਦੀਵੀ ਗੁਰੂ ਸੱਚਾ ਗੁਰੂ ਪਤਤ ਉਦਾਹਰਨ ਗੁਰੂ ਭਗਤ ਬਸ਼ਲ ਗੁਰੂ ਕਲਯੁਗ ਕਾ ਬੋਹਿਤ ਗੁਰੂ ਧੰਨ 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 ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਹਦੇ ਪਾਵਨ ਪਵਿੱਤਰ ਗੋਦ ਵਿੱਚ ਸਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਸੱਚੇ ਪਾਤਸ਼ਾਹ ਕਰੋ ਮਿਹਰ ਦੀ ਨਜ਼ਰ ਜੀਵ ਤੇ ਆਪ ਦੇ ਸ਼ਬਦ ਦੀ ਵਿਚਾਰ ਆਪ ਕਰਵਾਓ ਤੇ ਸਾਰੀ ਸੰਗਤ ਦਿਓ ਆਸ਼ੀਰਵਾਦ ਪਿਆਰ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਜੁੜ ਕੇ ਬੁਲਾਓ ਪਿਆਰ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਦਾ ਖੇਡ ਹੈ ਬੜਾ ਤਮਾਸ਼ਾ ਰਚਿਆ ਪਾਤਸ਼ਾਹ ਨੇ ਬਾਹੋ ਬਾਹੋ ਕਾ ਵੱਡਾ ਤਮਾਸ਼ਾ ਹੈ ਉਸ ਤਮਾਸ਼ੇ ਵਿੱਚ ਆਪਾਂ ਵੀ ਆਏ ਹੋਏ ਹਾਂ। ਧਰਤੀ ਧਰਮਸ਼ਾਲਾ ਬਣਾਈ ਆ ਪਾਤਸ਼ਾਹ ਨੇ ਜੀ ਤੇ ਧਰਮ ਕਮਾਉਣਾ ਹੈ ਆ ਕੇ ਰੱਬ ਨਾਲ ਵਿਛੋੜ ਦਿੰਦਾ ਹੈ ਇੱਕ ਵਾਰ ਹਉਮੈ ਆਪ ਪਾਉਂਦਾ ਹੈ ਹਉਮੈ ਰੋਗ ਮਨੁੱਖ ਕੋ ਦੀਨਾ ਮਨੁੱਖ ਜਨਮ 'ਚ ਤੇ ਉਦੋਂ ਬਾਅਦ ਉਹਨੂੰ ਕਹਿੰਦਾ ਇਹਨੂੰ ਖਤਮ ਕਰਕੇ ਤੇ ਮੇਰੇ ਨਾਲ ਮਿਲਾਪ ਹਾਸਲ ਕਰ ਵਿਛੜ ਗਿਆ ਹਉਮੈ ਕਰਕੇ ਹਉਮੈ ਜਲ ਤੇ ਜਲ ਮੁਏ ਭਰਮ ਆਏ ਦੂਜੇ ਪਾਏ ਹਉਮੈ ਅੱਗ ਹੈ ਉਹਦੇ 'ਚ ਬੰਦਾ ਸੜ ਗਿਆ ਅੱਗੇ ਅੱਗ ਦੇ ਵਿੱਚ ਦੂਜਾ ਮਾਇਆ ਦਾ ਮੋਹ ਉਹਦੇ ਪਿਆਰ ਵਿੱਚ ਰੱਬ ਤੋਂ ਪਿਆਰ ਟੁੱਟ ਕੇ ਦੂਏ ਪਿਆਰ ਵਿੱਚ ਪੈਣਾ ਉਹ ਵੀ ਸੜ ਜਾਣਾ ਤੇ ਮਰ ਜਾਂਦਾ ਬੰਦਾ। ਪੂਰੇ ਸਤਿਗੁਰ ਰਾਖ ਲਈਏ ਆਪਣੇ ਪੰਨੇ ਪਾਏ ਗੁਰੂ ਨਾਨਕ ਤੋਂ ਬਿਨਾਂ ਕੋਈ ਬਚਾ ਨਹੀਂ ਸਕਦਾ ਇਹ ਸਾਗਤ ਪੂਰਾ ਸਤਿਗੁਰੂ ਇੱਕੋ ਹੀ ਹੈ ਦੁਨੀਆ 'ਚ
ਉਹਦੇ ਲੜ ਲੱਗਣਾ ਚਾਹੀਦਾ ਹੈ। ਆਓ ਆਪਾਂ ਤੇ ਉਹ ਪਾਤਸ਼ਾਹ ਵਾਹਿਗੁਰੂ ਸੀਤਲ ਹੈ, ਠੰਡਾ ਹੈ। ਬਾਦਸ਼ਾਹ ਨੇ ਅਗਲਾ ਲਾਈਨ ਲਿਖੀ ਵੀ ਹੋਈ ਹੈ, ਜਗ ਜਾਤਾ ਨਦਰੀ ਆਇਆ ਗੁਰ ਕਾ ਸ਼ਬਦ ਸਵਾਏ। ਮੈਨੂੰ ਗੁਰੂ ਨਾਨਕ ਦੇ ਸ਼ਬਦ ਨਾਲ ਪਤਾ ਲੱਗ ਗਿਆ ਵੀ ਸਾਰਾ ਸੰਸਾਰ ਸੜਿਆ ਆਇਆ ਹੈ, ਅੱਗ ਵੜਦੀ ਹੈ, ਭਾਂਬੜ ਸਾਰੇ ਸੰਸਾਰ ਵਿੱਚ ਹਉਮੈ ਦੀ ਨਾਲ, ਬਕਾਰਾਂ ਦੀ, ਸਾਰੀਆਂ ਕਾਮ ਕਰੋ, ਲੋਭ ਮੋਹ ਹੰਕਾਰ ਈਰਖਾ ਸਭ ਅੱਗਾਂ ਨੇ ਅੰਦਰ ਬੰਦੇ ਦੇ ਅੰਦਰ ਮਨ ਸੜਿਆ ਪਿਆ ਹੈ, ਮਨੂਰ ਹੋਇਆ ਪਿਆ ਹੈ। ਪਰ ਸਤਿਗੁਰ ਇਹੋ ਜਿਹੇ ਨੇ ਇਹਨੂੰ ਕੰਚਨ ਵਰਗਾ ਬਣਾ ਦਿੰਦੇ ਆ। ਮੁੜ ਕੇ ਆਪਾਂ ਸਾਰੀ ਸਤਿਗੁਰਾਂ ਦੀ ਮਹਿਮਾ ਦੀ ਗੱਲ ਪਤਾ ਲੱਗਣਾ ਹੈ। ਕੱਲ ਆਪਣੀ ਵਿਚਾਰ ਚੱਲ ਰਹੀ ਸੀ ਬਈ ਇਸੇ ਤਰ੍ਹਾਂ ਜੀਵਨ ਮਾਇਆ ਦੇ ਮੋਹ ਵਿੱਚ ਤੇ ਹਉਮੈ ਵਿੱਚ ਜੀਵਨ ਗੁਜ਼ਾਰਤਾ, ਜਵਾਨੀ ਵੀ ਨਿਗਾਤੀ, ਬਾਲਪਨ ਵੀ ਨਿਗਾ ਦਿੱਤਾ ਤੇ ਇਵੇਂ ਹੀ ਲੰਘ ਗਿਆ। ਸਤਿਗੁਰ ਦੀ ਸ਼ਰਨ ਹੀ ਨਾ ਲਈ, ਬੜੇ ਪਾ ਗਿਆ ਤੇ ਭੜੇਪੇ ਜਾ ਕੇ ਫਿਰ ਹਾਲਤ ਕੀ ਹੈ, ਨੈਣੋ ਨੀਰ ਬਹੇ ਤਨ ਖੀਨਾ, ਅੱਖਾਂ 'ਚੋਂ ਪਾਣੀ ਵਗਣ ਲੱਗ ਜਾਂਦਾ ਹੈ ਤੇ ਸਰੀਰ ਸੁੱਕਦਾ ਜਾਂਦਾ ਹੈ। ਪਏ ਕੇਸ ਦੁੱਧ ਵਾਣੀ, ਕੇਸ ਜਿਹੜੇ ਆ ਕਾਲੇ ਸੀ ਉਹ ਚਿੱਟੇ ਹੋ ਗਏ। ਬਿਰਧ ਅਵਸਥਾ ਦੀ ਗੱਲ ਨਕਸ਼ਾ ਪਾਤਸ਼ਾਹ ਸਾਨੂੰ ਸਮਝਿਆ। ਸਾਨੂੰ ਇਹ ਵੀ ਨਹੀਂ ਪਤਾ ਲੱਗਦਾ ਵੀ ਅਸੀਂ ਕੀ ਕਰਨ ਆਏ ਹਾਂ। ਰੂਦਾ ਕੰਠ ਸ਼ਬਦ ਦੀ ਉਚਰੇ, ਆਓ ਕਿਆ ਕਰੇ ਪ੍ਰਾਣੀ, ਹੁਣ ਕੀ ਕਰੇਗਾ। ਮੂੰਹ 'ਚੋਂ ਸ਼ਬਦ ਵੀ ਮੂੰਹ 'ਚੋਂ ਨਹੀਂ ਨਿਕਲਦਾ, ਇੰਨਾ ਬੋਲ ਵੀ ਨਹੀਂ ਨਿਕਲਦਾ। ਬੋਲ ਵੀ ਬਹੁਤ ਬਰੀਕ ਮੈਂ ਬਜ਼ੁਰਗਾਂ ਦਾ ਦੇਖਿਆ ਜਿਹੜੇ ਨੇ ਬਹੁਤ ਉੱਚੀ ਉੱਚੀ ਬੋਲਦੇ ਹੋਏ, ਜਮਾਂ ਬੱਚਿਆਂ ਨਾਲੋਂ ਵੀ ਨਿੱਕੇ ਬੋਲਦੇ ਮੈਂ ਦੇਖੇ ਆ। ਅੱਖੀ ਸ਼ਬਦ ਹੀ ਨਹੀਂ ਨਿਕਲਦਾ ਮੂੰਹ 'ਚੋਂ, ਜਿਹੜਾ ਸਾਰੀ ਉਮਰ ਜੀਭ ਬੋਲਦੀ ਰਹੀ। ਕੋਈ ਇਲਾਜ ਹੈ? ਗੁਰੂ ਸਾਹਿਬ ਕਹਿੰਦੇ ਹਾਂ ਇਲਾਜ ਹੈ। ਰਾਮ ਰਾਏ ਵੈਦ ਹੋਇਆ ਬਨਵਾਰੀ। ਸਰਬ ਵਿਆਪਕ ਵਾਹਿਗੁਰੂ ਜਿਹੜਾ ਹੈ, ਪ੍ਰਕਾਸ਼ ਰੂਪ ਹੈ, ਉਹ ਡਾਕਟਰ ਕੋਲੇ ਚਲੇ ਜਾ, ਇਹਦਾ ਇਲਾਜ ਹੈ। ਜਰੇ ਦਾ ਵੀ ਇਲਾਜ ਹੈ ਤੇ ਮਰੇ ਦਾ ਵੀ ਇਲਾਜ ਹੈ। ਜਰਾ ਮਰਾ ਦੋ ਨੇ, ਜਰਾ ਬੜੇਪਾ ਹੁੰਦਾ ਹੈ, ਮਰਾ ਮੌਤ ਹੁੰਦਾ ਹੈ। ਦੋਹਾਂ ਤੋਂ ਡਰ ਲੱਗਦਾ ਬੰਦੇ। ਜਿਹਦਾ ਇਹ ਦੋਹਾਂ ਤੋਂ ਪੈ ਚੁੱਕਿਆ ਹੈ ਉਹਨੂੰ ਜਮਦੂਤ ਦਾ ਡਰ ਬਹੁਤ ਸਤਾਉਂਦਾ ਹੈ, ਉਹਨੂੰ ਜਮਦੂਤ ਦਾ ਡਰ ਸਤਾਉਂਦਾ ਹੈ। ਆਪਣੇ ਸੰਤਾਂ ਲਿਓ ਵਾਰੀ, ਜੇ ਉਹਦਾ ਪੁੱਤਰ ਬਣ ਜਾਈਏ ਤਾਂ ਉਹ ਬਚਾ ਲੈਂਦਾ ਹੈ। ਪਾਤਸ਼ਾਹ ਕਹਿੰਦੇ ਮੈਂ ਬਚਾ ਲੈਣਾ ਜੇ ਮੇਰਾ ਵਾਹਿਗੁਰੂ ਦਾ ਪੁੱਤਰ ਬਣ ਜਾਏ। ਵਾਹਿਗੁਰੂ ਦਾ ਪੁੱਤਰ ਸੀਗਾ, ਹੁਣ ਤੱਕ ਉਹਦੇ ਹੁਕਮ ਦੀ ਉਲੰਘਣਾ ਕਰਦਾ ਹੋਇਆ ਤੇ ਹੁਣ ਬਾਪ ਨੂੰ ਬਾਪ ਕਹਿ ਦੇ। ਹੁਣ ਮੁੜ ਕੇ ਬੜੇਪੇ 'ਚ ਵੀ ਆ ਗਏ। ਆ ਦੇਖੋ ਕੀ ਸਮਝਦਾ। ਇਲਾਜ ਹੈਗਾ ਕਹਿੰਦੇ, ਪਰ ਜਿੰਨਾ ਜੇ ਤੂੰ ਬੜੇਪੇ ਵਿੱਚ ਆਪਦੇ ਇਲਾਜ ਕਰੀ ਜਾਵੇਂ ਸਤਿਗੁਰਾਂ ਤੋਂ ਬਗੈਰ, ਉਹ ਨਹੀਂ ਹੈ। ਉਹ ਤਾਂ ਇਹ ਆ ਵੀ ਤੇਰੇ ਦੇਹੜੀਆਂ ਨੂੰ ਅੱਗ ਲੱਗੀ, ਹੁਣ ਦਰਵਾਜ਼ੇ ਨੂੰ ਅੱਗ ਲੱਗ ਗਈ ਆ, ਬੜੇਪਾ ਆ ਗਿਆ ਤਾਂ ਅੱਗੋਂ ਤਾਂ ਘਰ ਹੀ ਸੜ ਜਾਣਾ ਹੈ। ਹੁਣ ਕੀ ਕੱਢੇਗਾ। ਭਾਈ ਸਾਹਿਬ ਦੀ ਬਾਰ ਪੜ੍ਹਦੇ ਆ, ਜੈਸੇ ਘਰ ਲਾਗੇ ਆਗ, ਜਾਗੇ ਕੂਆ ਖੋਦਿਓ। ਘਰ ਨੂੰ ਅੱਗ ਲੱਗ ਜੇ ਤੇ ਜਾਗ ਪਏ, ਸੁੱਤਾ ਪਿਆ, ਸੁੱਤੇ ਪਏ ਨੂੰ ਅੱਗ ਲੱਗ ਗਈ। ਮਾਇਆ ਦੇ ਮੋਹ ਵਿੱਚ ਸੁੱਤਾ ਪਿਆ ਬੰਦਾ ਸਾਰੀ ਉਮਰ। ਇਹ ਨਹੀਂ ਵੀ ਮੈਂ, ਉਹ ਕਹਿੰਦਾ ਮੈਂ ਜਾਗਦਾ ਨਾ, ਸੁੱਤਾ ਪਿਆ ਹੈ। ਹੁਣ ਜਾਗ ਆਈ ਵੀ ਇਹਦਾ ਕੰਮ ਖਰਾਬ ਹੋ ਗਿਆ ਤੇ ਫਿਰ ਕਹੇ ਵੀ ਹੁਣ ਮੈਂ ਨਾ ਖੂਹ ਖੋਦ ਲਾਂ, ਕਾਰਜ ਨਾ ਸਿੱਧ ਹੋਏ, ਰੋਏ ਪਛਤਾਈਐ। ਹੁਣ ਬੜੇਪੇ ਦਾ ਇਲਾਜ ਨਹੀਂ ਹੋਣਾ। ਐਡੀ ਛੇਤੀ ਖੂਹ ਖੋਦਣ ਲੱਗ ਜੇ ਵੀ ਬੜੇਪੇ ਨੂੰ ਮੈਂ ਦੂਰ ਕਰ ਲਾਂ, ਨਹੀਂ ਹੋਣਾ। ਬੇਸ਼ੱਕ ਦਾੜੀਆਂ ਜਿੰਨੀਆਂ ਮਰਜ਼ੀ ਕਾਲੀਆਂ ਕਰ ਲਾ, ਇਹ ਆਊਗਾ, ਇਹ ਨਹੀਂ ਹਟਣਾ। ਜਿੰਨੇ ਮਰਜ਼ੀ ਵਿਟਾਮਿਨ ਖਾ ਕੇ ਦੇਖ ਲਾ,
ये कुआ खोदना। जैसे तो संग्राम विखे जंग वेड़े जंग लगी होवे, सीखियो चाहे वीर विद्या, ते उदों कहे कोई मैनू सिखा यार हुणे रफल चलाउणी जां मैनू तीर चलाउणा, जिहड़ा कुछ लड़ाई चाहे तलवार चलाउणी सिखा दे। नहीं, अंथा उदम जैत पद भी ना पाई है। एवें तेरा व्यर्थ ही जाना, उदों उदों सीख नहीं सकेगा तू, एडी छेती जंग नहीं जितेगा, हारेगा, उदों हारेगा। जैसे निस बासर सोबत सोबत संगाती चले जात, सुता पे रात नूं नाल दे साथी जिहड़े आ वो चले जाण, भोर पए जदों जागे है, भार बांध चले कत जाइए, फिर कहें भी मैं हुण उन्हां दे नाल जाके रल जू, ना ही रल सकना। ये तीन उदाहरणा दे के सानू भाई गुरदास जी ने समझाए ने। तैसे माया धंध अंध आपदा बिहाए, सारी उम्र माया दे विच अन्ना होया होया, वो धन जी अमीर हुंदा चाहुंदा धंधियां चौधियां च। ये दो चीज़ां अन्ना होया धंधियां च लग्या है। हर के नाम बिना जग धंधा, वाहिगुरू तो बगैर सब धंधा पिटना। अंदरले जीव आत्मा दे काम नहीं होना, धंधे बाहरले शरीर दे ही आ, अंदरले दे नहीं। आपदा बहाए दीजै अंत काल, कैसे हर नाम लिव लाइए, हुण नाम जपण लगे। अंत वेले भाई साहब कहते जदों मौत आउण नेड़े आ गई, बुढ़ेपा आ गया, हुण कहें मैं वाहिगुरू नाम जपना है, दवा दब दबना, वो भी बिना गुरु तो। ये बिना गुरु तो बहुत दुनिया एवं करती है कोशिश, उदों फिर पाठ कर लगणगे। सारी उम्र पाठ नहीं किया, परंतु उदों अंदर नहीं लंघदा, अंदर नहीं लंघदा। इत्थों दसां मैं कदे लिव नहीं जोड़नी, हुण मुड़ के वो काम नहीं होना जिहड़ा बुढ़ेपे तो पहला पहला करना है। गल आ सुन, हुण इवें पातशाह कहंदे इलाज उहदा, आ देखो इलाज इलाज भी है, कहंदे फिर हजे भी कोई ये ना डर भी बुढ़ेपा आ गया तो मेरे को इलाज नहीं है, सतगुरां कोल आ जा। करक कलेजे माही, अंदर रब तो विछाड़ियां दा जिहड़ा सल है वो अंदर उठिया होया है, अंदर ते रोंदा है भी वाहिगुरू के मैनू हुण की करा, मैं इहदा इलाज कोई। ऐसी बेदन इना दुखी होया होया, कठन खरी है, खरी खरी पई अंदर जड़ी आ वो एडी ओनू दुख लगता है, बुढ़ेपे का भी मरण का भी, दोहें दुखी होया हुंदा। बाका औखद नहीं, ओदी दवाई कोई है भी बुढ़ेपा दूर हो जाए या होर कुछ है। पातशाह कहते नहीं, आ जा मेरी शरण च, हजे भी आ जा, जे हुण भी आ गया तो मैं तेनू दवाई देना है। हर का नाम अमृत जल, ये औखद जग सारा। हर का नाम अमृत जल निर्मल, ये औखद जग सारा। आ देखो की कहते सारे जग दी, सारे जगत नूं दस दे भी ये दवाई आ उहदे कोले, गुरु साहब कोले। अमृत छकना, अमृत जल पीना, गुरु साहब पिआउंदे आ पहला। कहंदे इहदे नाल जदों तू ये पी लेगा तो हुण की होऊ, जरा मरा
ਨਾ ਦੁੱਖ ਵਿਆਪੇ, ਆ ਦੇਖੋ, ਨਾ ਬੜੇਪਾ ਨਾ ਮਾਰਾ, ਨਾ ਮੌਤ ਨਾ ਵਿਆਪੀ, ਕੀ ਪੀ ਅੰਮ੍ਰਿਤ ਅਗਾਨਿਆ ਗੁਰ ਅੰਮ੍ਰਿਤ ਕਰਾਇਆ। ਜਰਾ ਮਰਾ ਨਾ ਦੁੱਖ ਪਾਇਆ, ਪੀ ਅੰਮ੍ਰਿਤ ਅਗਾਨਿਆ ਗੁਰ ਅੰਮ੍ਰਿਤ ਕਰਾਇਆ। ਨਾ ਦੁੱਖ ਵਿਆਪੇ, ਤੇ ਦੇਖੋ ਨਾਲੇ ਤਾਂ ਸਾਰੇ ਦੁੱਖ ਦੂਰ ਹੁੰਦੇ ਆ, ਨਾਲੇ ਮੌਤ ਤੋਂ ਭੈ ਚੱਕ ਹੁੰਦਾ ਹੈ, ਨਾਲੇ ਬੁਢੇਪੇ ਦਾ ਡਰ ਚੱਕਿਆ ਜਾਂਦਾ ਹੈ, ਜੇ ਤੂੰ ਅੰਮ੍ਰਿਤ ਛਕ ਲੈ। ਦੇਖ ਲਓ ਤੁਸੀਂ ਪਹਿਲਾਂ ਬੁਢੇਪੇ 'ਚ ਵੀ, ਮਾਰੇ ਕਹਿੰਦੇ ਬੁਢੇਪੇ 'ਚ ਵੀ ਆ ਜਾ ਹੁਣ, ਜੈਸੇ ਨਾਉ ਬੂੜਤ, ਸੋਈ ਜੋ ਨਿਕਸੇ ਸੋਈ ਭਲੋ। ਜਦੋਂ ਬੇੜੀ ਡੁੱਬਦੀ ਹੈ, ਉਹਦੇ ਵਿੱਚੋਂ ਤੂੰ ਤਰਨ ਵਾਲਿਆ ਜਾਂ ਕੋਈ ਬਾਹਰ ਖੜਿਆ, ਜਿਹੜਾ ਨਿਕਲਦਾ ਉਹਨੂੰ ਬਚਾ ਲਾ। ਬੁੱਢ ਗਈ ਪਾਛੇ ਪਛਤਾਤ ਹੈ ਸੋਈ ਭਲੋ। ਜਿਹੜਾ ਬਚਦਾ ਉਦੋਂ ਬਚਾਉਣਾ ਚਾਹੀਦਾ ਹੈ ਬੇੜੀ 'ਚ ਡੁੱਬਦੀ 'ਚ। ਜੇ ਡੁੱਬ ਜੇ ਤਾਂ ਪਛਤਾਵਾ ਹੀ ਰਹਿ ਜਾਂਦਾ ਵੀ ਤਾਂ ਸਾਰੇ ਹੀ ਡੁੱਬ ਗਏ। ਜੈਸੇ ਘਰ ਅੱਗ ਲਾਗੇ, ਜੋਈ ਬਚੋ ਸੋਈ ਭਲੋ। ਅੱਗ ਲੱਗ ਗਈ, ਜਿਹੜੀ ਚੀਜ਼ ਕੱਢ ਹੁੰਦੀ ਹੈ ਕੱਢ ਲਾ, ਜੜ ਬੂਝੇ ਪਾਛੇ ਕਛ ਬਸ ਨਾ ਬਸਾਤ ਹੈ। ਜਦੋਂ ਅੱਗ ਬੁਝ ਜਾਵੇ ਉਦੋਂ ਸਾਰਾ ਕੁਝ ਹੀ ਸੜ ਜਾਣਾ। ਜਦੋਂ ਅੱਗ ਲੱਗੀ ਉਦੋਂ ਤੋਂ ਕੋਈ ਇੱਕ ਅੱਧੀ ਚੀਜ਼ ਤਾਂ ਕੱਢ ਲਾ, ਜੰਗ ਬਾਜੂ ਜੋਈ ਬਚੇ ਸੋਈ ਭਲੋ। ਜਿਹੜਾ ਬਾਜੇ ਉਹੀ ਚੰਗਾ ਹੈ। ਜੈਸੇ ਰੀਤੋਂ ਪਰੇ, ਰਾਤ ਨੂੰ ਜੈਸੇ ਚੋਰ ਲਾਗੇ, ਜਦੋਂ ਚੋਰ ਲੱਗ ਜਾਂਦਾ ਘਰ ਵਿੱਚ, ਜਾਗੇ ਜੋਈ ਰਹੇ ਸੋਈ ਭਲੋ। ਕੁਛ ਤਾਂ ਚੀਜ਼ਾਂ ਲੈ ਗਿਆ ਕੱਢ ਕੇ, ਉਹ ਤੂੰ ਜਾਗ ਪਿਆ, ਜਿਹੜੀ ਚੀਜ਼ ਬਚਦੀ ਹੈ ਬਚਾ ਲਾ। ਭੋਰ ਜਾਗੇ ਰੀਤੋ ਦੇਖ ਉੱਠ ਪਰਾਤ ਹੈ। ਸਾਰਾ ਘਰ ਖਾਲੀ ਦਿਸੇਗਾ ਜੇ ਸੁੱਤਾ ਰਿਹਾ। ਜੇ ਤੂੰ ਸੁੱਤਾ ਹੀ ਰਿਹਾ, ਸੋਏ ਰਿਹਾ, ਤਾਂ ਘਰ ਖਾਲੀ ਹੋ ਸਵੇਰ ਨੂੰ, ਜਿਹੜਾ ਕੋਈ ਬਚਦਾ ਹੋ। ਭਾਈ ਸਾਹਿਬ ਕਹਿੰਦੇ ਤੈਸੇ ਅੰਤ ਕਾਲ ਗੁਰ ਚਰਨ ਸ਼ਰਨ ਆਵੈ। ਬੁਢੇਪੇ ਵਿੱਚ ਵੀ ਦੇਖੋ ਦਿਲ ਨਹੀਂ ਛੱਡਣਾ ਵੀ ਬੁਢੇਪੇ 'ਚ ਉਹ ਛੇਤੀ ਛਕਦਾ ਨਹੀਂ ਬੰਦਾ। ਸਾਰੀ ਉਮਰ ਦਾ ਨਾ ਉਹਨੂੰ ਸਿਆਣਪਾਂ ਹੀ ਮਾਰਦੀਆਂ ਨੇ, ਬੜੀਆਂ ਸਿਆਣਪਾਂ ਹੁੰਦੀਆਂ, ਬੜਾ ਕੁਛ ਉਹਦੇ ਭਰਿਆ ਹੁੰਦਾ ਅੰਦਰ। ਤੇ ਜੇ ਕਹਿ ਦੋ ਉਹਨੂੰ ਅੰਮ੍ਰਿਤ ਛਕਣਾ, ਤੂੰ ਕੱਲ ਦਾ ਜਵਾਕ ਮੈਨੂੰ ਮੱਤ ਦਿੰਦਾ, ਇਹੋ ਜਿਹੀ ਗੱਲਾਂ ਬੋਲਦਾ, ਮੈਨੂੰ ਸਭ ਪਤਾ, ਇੰਨਾ ਪਤਾ, ਇੰਨਾ ਗਿਆਨ ਆ। ਤੂੰ ਦੁਖੀ ਆ ਪਰੰਤੂ ਐ ਬੋਲੂ। ਗੁਰ ਚਰਨ ਸ਼ਰਨ ਆਵੇ, ਫੇਰ ਵੀ ਤੂੰ ਗੁਰੂ ਸਾਹਿਬ ਦੀ ਆ ਕੇ ਅੰਮ੍ਰਿਤ ਛਕ ਲੈ। ਭਾਈ ਸਾਹਿਬ ਕਹਿੰਦੇ ਨਾਤਰ ਬਿਲ ਲਾਤ ਹੈ, ਹਜੇ ਵੀ ਫੇਰ ਵੀ ਤੂੰ ਬਚ ਜਾਏਗਾ। ਭਾਵੇਂ ਮੁਕਤ ਨਾਤਰ ਬਿਲ ਲਾਤ ਹੈ, ਫੇਰ ਵੀ ਤੈਨੂੰ ਗੁਰੂ ਸਾਹਿਬ ਨੇ ਫੇਰ ਜਨਮ ਦੇ ਦੇਣਾ, ਮਨੁੱਖਾ ਜਨਮ ਦੇ ਦੇਣਾ। ਮੁੜ ਕੇ ਐਡੀ ਬਖਸ਼ਿਸ਼ ਹੈ ਗੁਰੂ ਸਾਹਿਬ ਦਾ ਅੰਤ ਵੇਲੇ ਤੱਕ ਅੰਮ੍ਰਿਤ ਛਕਣ ਦੀ ਵੀ ਉਹਨੂੰ ਕੋਈ ਅੰਮ੍ਰਿਤ ਨਹੀਂ ਛਕਦਾ। ਕਿਉਂ? ਸਾਰੀ ਉਮਰ ਦੀਆਂ ਜਿਹੜੀਆਂ ਕਰਤਾਂ ਨੇ ਨਾ, ਉਹ ਨਹੀਂ ਕਰਨ ਦਿੰਦੀਆਂ। ਮਨ ਉਹਨਾਂ ਦਾ ਅਧੀਨ ਹੋਇਆ ਹੋਇਆ। ਉਹ ਚਾਰ ਕਰੇ ਤਾਂ ਗੁਰੂ ਸਾਹਿਬ ਨੇ ਛਡਾਉਣੀਆਂ, ਉਹ ਬੁਢੇਪੇ 'ਚ ਵੀ ਨਹੀਂ ਛੱਡਣਾ ਚਾਹੁੰਦਾ। ਬੁੜਾ ਹੋਇਆ ਵੀ ਨਹੀਂ, ਨਾਲੇ ਦੁਖੀ ਆ, ਸੁਖੀ ਨਹੀਂ ਹੈ, ਫੇਰ ਵੀ ਨਹੀਂ। ਪਾਵੇ ਮੁਕਤ
ना तरबिल आता है, अजे भी कहते चीका नहीं मारेगा, बच जाएगा। देखो सानू की है। फिर गुरु साहब फिर भाई साहब समझाते वो जग सारा सारी दवाई दसन ते ਉਹਦਾ कह दिता गुरप्रसाद कहे जन भीखन ਤਾਂ पावे मोख द्वारा। गुरु नानक की कृपा नाल भीखन कहता है भगत हजे भी तू मुक्ति का द्वारा प्राप्त कर लेगा जे तू ये दवाई लै ले गुरु साहब तो बैठ तो ये दवाई जड़ी है। फिर तू सदा सदा जपीए नाम, फिर तू ये दवाई नू खाई चल, जपी चल। फिर की हो जरा मरा और दुख ना व्यापे आवे दरगाह तेरे काम। आ देखो किन्ने लाभ दसते, ना तेनू बड़ेपा, ना तेनू मौत का दुख, ना तेनू दुख कोई चीज़ दे सारे दुख सुखी हो जाएगा। ते नाले ना सचखंड दे विच तेरा काम पूरा हो जू जेड़ा काम आया। परंतु हमें बिख पाए जगत पाया, हमें अग नहीं कली जहर भी है। ये पा के जगत पैदा किया है, जहर बिच पाई है सारे मनुखों च। हुण अमृत जहर दे विरुद्ध है। हमें जी आओ जहर है, जहर खांदा होया होया हौली हौली जिहड़ा उहनूं जहर मिठी लगन लग जाती है। ये भी दस कोई भी चीज़ जहर भी खाते जाओ, शराब देखो, शराबी नूं कहो कभी शराब छड्ड दे, मिठी लगती है। हाँ जो हलाहल सो पीवे बौरा, अमृत नाम जाने कर कौड़ा। उन्होंने नाम बड़ा कौड़ा लगता है। साध संग च तो बहिंदा ही नहीं, आगे छेती साध संग के ना ही नेर 184 भरम था, फिर कुत्ता बिल्ला बनने नूं तैयार है, पर साध संग के नेड़े नहीं आके राजी। देखो कितना बंदा हैरान होईदा है भी तू कां बनेगा ते मैं दे चिचड़ खाण नूं तैयार है बंदा, पर अमर छकण नूं तैयार नहीं। किड्डी की गल है दसो, किहड़ी अखियाई किहड़ी चीज़ दी है। सतगुरां ने जेड़े तू काम करदा है वो गंदे वो छड़ा देने हैं। तू रब दा पुत्त है, तैनूं आपदी सोझी नहीं, तू बाहर दे शरीर मगर लग्या होया। ये शरीर दी खुराक है चारे, रोम कटाउणे, पराया तन, पराया तन, दशे मास, इन्हां बाहरले चारां कम्मां दा बाहरला शरीर भुखा है। तू ये मगर लगे है, ये नहीं इत्थे सिवियां च रह जाना है, ਇਹਦਾ बटन दबिया जाना फ्यूनल हाउस, फिर तेन पता लगू कि तेरा हाल बुरा होना है। तेन आपका पता। गुरु साहब यही सोची दिंदे, तू मेरा पुत हो के करदा की फिरदा, आया तो तू तो अमृत पीना ते खाई जाना जहर। अमृत कौड़ा बिखिया मीठी, सागत की विद नैनो डीठी। मैं अखी देखी आ गल कही, आओ उत्थे हमें विख पाए जगत पाया, शब्द बसे विख जाए। आ लाज हैगा वाहिगुरु गुरमंत्र नूं वसाला अंदर, जहर निकल जू। जरा मरा ना व्यापी, सच रहे लिव लाए। तेनू ना बड़ेपा ना मौत कदे नहीं आऊगी, पर तू सारा दिन सच्चे वाहिगुरु दे नाम विच लिव जोड़ी रख। की होऊ फिर पातशाह, जीवन मुक्त सो आखी है ये बिचों होमे जाए। जिउंदा ही तू मुक्त है, जिउंदा ही तू गुरु साहब दे कोले जाना है, तू मरना नहीं फिर मुड़ के। तेरी होमे ने खत्म कर देनी है जब तू लिव जोड़ेगा। लिव नहीं जोड़ते, लिव जोड़ी सच नाल लिव जोड़नी पैनी है, तां गल बननी है। वो नजर नहीं को बनना। हुण पातशाह फरीदा कौली काली जिन्नी ना रावे हो धौली रावे कोई। फरीद जी नूं फरीद जी ने कह दिता गल भी जिन्ना चर काली है ना उही रब नूं जपदे है, धौली तो कोई जपदा है।
कर साईं सो पिरड़ी रंग नवेला होए, तू काली गोली बहुत रंग चढ़ जू तेरा रब दा, नवें तो नवा रंग चढ़ू अंदर। काली दाढ़ी वेले काले बालां वेले तिकर वाहिगुरू नूं जपिया कर, धौली की गल न करी। वो तो कहते कोई गुरु साहब ने कहा भी ये तो गल खराब हो जानी है। लोगों ने जिथे भी कोई भरम पैंदा है उत्थे भरम दूर किया है। पातशाह ने आप दा महला पा के फरीदा काली धौली साहिब नित है, जे को नदर जे को चित करे, कहते काली ते धौली की गल ना कर। ये तो हुण कारण सो पिया, रब दे हत्थ च अपना लाया पिरम ना लगी, जे लोचे सब को। आ देखो कारण सो पिया, कारण वो बनाउंदा है। हुण आपां सुण तां ले बहुतिआं ने सुण जानी है गल, अमृत नहीं छकना। गुरु साहब ने कारण नहीं बनाउणा, जो कीनो करतार उहदे आपदे हत्थ च है। आपदा लाया रब नाल प्रेम लगदा ही नहीं। सारी दुनिया लोचदी है कोई ला लवे आपदे प्रेम। एक पिरम प्याला खसम का जय पावा ता दे। गुरु साहब कहते मैं दिना है। उत्थे आके साडी चुप हो जाईदा भी हुक्म उहदा चलदा है। हुण लोकां कईयां ने यह समझ लेना जो नहीं हुक्म होऊगा उदों छक लांगे। और तेरा हाल होना सुन लिया तूं गल्लां, ये गुरु साहब दीयां गल्लां ने। आपदे आप नूं ही पछानना है। गुरु साहब दे तां बचनां नाल आपदे आप नूं पछानना, आपदे वाली झाती मारनी आ भी मेरा जिंदगी कित्थे खड़ी आ। मैनूं तां गां जे नहीं है काली च हजे जे तां बूढ़े बुढ़ेपा आउण नूं तैयार आ। ਉਹਦਾ दुख देख लिया कर, हॉस्पिटल च जाके देख लिया कर, उदों वाहिगुरू वाहिगुरू कर लगा, वाहिगुरू आ हाल ना करी। डर लगता है ते हुण डर चक्या है। माया मोह अग लड़ा प्राणी जरा मरण भौ गया। हुण ना मरण दा भय ना बुढ़ेपे दा भय, माया दे मोह विच ऐन रसिया पिया। देख कटंब कमल जो विकसा, आपदे परिवार नूं देख के कमल वांगू खड़दा है। आओ हुण पातशाह ने सानू आ दस दिता भी ये तो पिरम प्याला है। फिर गुरमुख जिहड़ा है तीजे पातशाह जी सच्चे पातशाह जी ने आप जी उदाहरण दे के भी दसता भाई तीर्थां दे कुछ नहीं लभना, महाराज दे विचों सबक लैणे आ। मैं गंगा ते बथेरी वेल जाया है। वाहिगुरू नूं सब पता सी, स्कीम बनाई हुई सी धरती ते आके पहले ही बनाई हुई सी भी ऐ मैं करना है। दूजे पातशाह जी नूं भी ये स्कीम बनाई सी, पहला देवियां दे जाई, इन्हां नूं पता लग जाए सिख नूं भी देवियां कोले कख नहीं। फिर तू तीर्थां तूर्थां ते तुसीं जाओ ते तीर्थां ते दस दिओ आके भी तीर्थ नावण जाओ, तीर्थ नाम है, वो भी आके समझा दिओ। इन्हां नाल तीर्थ नहीं, गुर समान तीर्थ नहीं, कोई तीर्थ नहीं गुरु दे बराबर। समझाउणा सी सानूं, समझाया ते 72 साल की उम्र च जाके गुरु साहब कोले आए ने। बड़ेपा हुण कि 60 का बड़ेपा आवे, 70 का मतहीन हो जाता है। गुरु साहब शरण चाहुंदे है। हुण दसदे आ कि जदों तू ये नाम की दात लै लवें तां तेरे अंदर की बीतदी है, गुरमुख बुढ़े कदे ना ही। आ देखो इधर अंदरों नहीं बुढ़ा हुंदा, जिन्हें अंतर सुरत ज्ञान, जिहदी अंदर सुरती लगी है, ध्यान गुरु वाल है, ज्ञान भी है, ध्यान भी है उहदे अंदर, वो अंदरों बुढ़ा नहीं है। बाहरला शरीर बेशक ये हौली हौली इहने तो छड्डना ही है, इहनूं तां ये तो चेंज आउणी आ, पर अंदरले दी चेंज जिहड़ी आ उधर नूं उच्चे थां नूं जावे, वो नैगेटिव वल नूं ना जावे, धर्मराज वल नूं ना जावे, वो सचखंड वल नूं जावे सुरती। तिन सदा सदा हर गुण रवे। वो सारा दिन गुरु साहब के गुण गुरबाणी राही गुण याद करता है, नाम जपदा है, जी चो गुण पैदा होने। तेने अंतर सहज ध्यान,
ਉਹਦੀ ਜਿਹੜੀ ਇਕਾਗਰਤਾ ਬਹੁਤ ਹੋ ਜਾਂਦੀ ਹੈ, ਧਿਆਨ ਬਹੁਤ ਇਕਾਗਰ 'ਚ ਹੋ ਜਾਂਦਾ ਹੈ। ਜਿਹੜਾ ਸਦਾ ਸਦਾ ਹਰ ਗੁਣ ਰਵੇ, ਜਿਹੜਾ ਕਰਦਾ ਯਾਦ ਕਰਦਾ ਹੈ ਗੁਰੂ ਸਾਹਿਬ ਦੇ। ਜਦੋਂ ਗੁਰੂ ਸਾਹਿਬ ਦਾ ਨਾਮ ਜਪੀ ਤਾਂ ਗੁਣ ਨਾਲ ਹੀ ਆ ਜਾਂਦੇ ਆ, ਗੁਣ ਯਾਦ ਕਰੀਦੇ ਆ। ਫਿਰ ਵੀ ਸੱਚੇ ਪਾਤਸ਼ਾਹ ਦਾ ਸੁਭਾਅ ਆ ਤੇ ਮੇਰਾ ਆ ਹੈ। ਦੇਖ ਲਾ ਦੋਹਾਂ 'ਚ ਉਹ ਅੰਦਰ ਉਹ ਸਦਾ ਆਨੰਦ ਵਿਵੇਕ ਰਹੇ, ਦੁੱਖ ਸੁੱਖ ਇੱਕ ਸਮਾਨ। ਉਹ ਅੰਦਰੋਂ ਨਾ ਆਨੰਦ 'ਚ ਰਹਿੰਦੇ ਆ। ਤੇ ਦੂਜੀ ਉਹਨਾਂ ਦੀ ਵਿਵੇਕ ਬੁੱਧੀ ਹੁੰਦੀ ਹੈ, ਉਹ ਬਾਹਰੋਂ ਚੰਗਾ ਮਾੜੇ ਦੀ 1 ਮਿੰਟ 'ਚ ਪਛਾਣ ਕਰ ਲੈਂਦੇ ਆ। ਵਿਵੇਕ ਬੁੱਧੀ ਇਹ ਹੈ, ਸੱਚ ਤੇ ਝੂਠ ਦੀ ਇੱਕਦਮ ਪਛਾਣ ਕਰ ਲੈਂਦੇ ਆ ਹੰਸਾਂ ਨੂੰ। ਵੀ ਆਹ ਚੀਜ਼ ਜਿਹੜੀ ਹੈ ਇਹ ਗੁਰੂ ਸਾਹਿਬ ਵੱਲ ਨੂੰ ਲਿਜਾਊਗੀ, ਆਹ ਝੂਠ ਹੈ, ਇਹ ਨਹੀਂ ਮੈਂ ਇਹ ਨਹੀਂ ਕਰਨੀ। ਉਹਦਾ ਸਾਰਾ ਪਿਆਰ ਝੂਠ ਦਾ ਟੁੱਟ ਜਾਂਦਾ ਹੈ। ਇਹਨੂੰ ਵਿਵੇਕ ਬੁੱਧੀ ਪੈਦਾ ਹੋ ਗਈ, ਗੁਰੂ ਸਾਹਿਬ ਨੇ ਕਰ ਦਿੱਤੀ। ਉਹ ਵਿਵੇਕ ਬੁੱਧ ਗੁਰੂ ਤੇ ਮਿਲਦੀ ਆ, ਹੋਰ ਕਿਸੇ ਤੋਂ ਨਹੀਂ ਮਿਲਦੀ। ਇਹ ਸਾਨੂੰ ਇਹ ਪਤਾ ਹੀ ਨਹੀਂ ਲੱਗਦਾ। ਅਸੀਂ ਸੱਚ ਨੂੰ ਝੂਠ ਮੰਨਿਆ, ਝੂਠ ਨੂੰ ਸੱਚ ਮੰਨਿਆ। ਪਰ ਨੇੜੇ ਦੀ ਗੱਲ ਹੀ ਲਾ ਲਓ, ਬਾਹਰਲਾ ਸਰੀਰ ਸੱਚਾ ਹੈ, ਅੰਦਰਲਾ ਹੋਏ ਹੈ ਹੀ ਨਹੀਂ ਜੀ। ਅਸੀਂ ਪ੍ਰਚਾਰਕਾਂ ਨੂੰ ਨਹੀਂ ਪਤਾ ਹੈ, ਅੰਦਰਲਾ ਤਾਂ ਹੈ ਹੀ ਨਹੀਂ। ਅੰਦਰ ਦਾ ਨਾ ਸੁਣ ਸਮਾਜ 'ਚ ਚਲੇ ਆਈ। ਦੱਸਦਾ ਓਏ ਬਾਬੇ ਨਾਨਕ ਨੇ ਅੰਦਰਲਾ ਸਰੀਰ ਜਿਹੜਾ ਤੇਰੀਆਂ ਸਾਰੀਆਂ ਬਾਹਾਂ 'ਚ ਸਾਰਿਆਂ ਦੇ ਵਿੱਚ ਸਾਰੇ ਸਰੀਰ ਹਿਲਦਾ ਹੀ ਤਾਂ ਉਹ ਸੂਖਸ਼ਮ ਉਹ ਨੂਰ ਦਾ ਬਣਿਆ ਹੋਇਆ। ਸਾਰੀ ਸਰਬ ਸ਼ਕਤੀ ਉਹਦੀ ਆ। ਅਸਲੀ ਸਰੀਰ ਉਹ ਹੈ। ਅਸਲੀ ਸਰੀਰ ਨੂੰ ਹੀ ਸਿੱਖਿਆ ਹੈ। ਅੰਦਰਲੇ ਸਰੀਰ ਲਿਓ ਹੀ ਆਨੰਦ ਪੈਦਾ ਹੋਣਾ ਹੈ। ਅੰਦਰਲੇ ਸਰੀਰ ਵਿੱਚ ਹੀ ਵਿਵੇਕ ਬੁੱਧੀ ਪੈਦਾ ਹੋਣੀ ਆ। ਉਹਨੂੰ ਦੁੱਖ ਸੁੱਖ ਤੇ ਇੱਕੋ ਜਿਹੇ ਲੱਗਣ ਲੱਗ ਜਾਂਦੇ ਆ। ਨਾ ਦੁੱਖ 'ਚ ਉਹ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਨਾ ਸੁੱਖਾਂ 'ਚ ਉਹ ਪਚਦਾ ਹੈ, ਨਾ ਦੁੱਖਾਂ ਨੂੰ ਦੁੱਖ ਮੰਨਦਾ ਹੈ। ਜਦੋਂ ਗੁਰਮੁਖ ਬੁੱਢੇ ਕਦੇ ਨਾਹੀ, ਜਿਨ ਅੰਤਰ ਸੁਰਤ ਗਿਆਨ ਤੇ ਨਾ ਨਦਰੀ ਇੱਕੋ ਆਇਆ, ਸਭ ਆਤਮ ਰਾਮ ਪਛਾਣ। ਆਹ ਅਵਸਥਾ ਬਣ ਜਾਂਦੀ ਉਹਨਾਂ ਦੀ। ਉਹਨਾਂ ਨੂੰ ਇੱਕ ਹੀ ਦਿਸਣ ਲੱਗ ਜਾਂਦਾ ਬਾਹਰ। ਜਦੋਂ ਅੰਦਰੋਂ 10ਵਾਂ ਦੁਆਰ ਖੁੱਲ੍ਹ ਜਾਂਦਾ ਹੈ ਨਾ, ਗੁਰੂ ਸਾਹਿਬ ਦੀ ਕਿਰਪਾ ਨਾਲ ਖੁੱਲ੍ਹਣਾ ਹੈ ਤੇ ਗੁਰੂ ਸਾਹਿਬ ਨੇ ਲਿਜਾਣਾ ਸਾਨੂੰ। ਤੇ ਉਹ 10ਵਾਂ ਦੁਆਰ ਜਦੋਂ ਖੁੱਲ੍ਹ ਜਾਂਦਾ ਹੈ ਤੇ ਫਿਰ ਅੰਦਰ ਜਦੋਂ ਸਾਨੂੰ ਵਾਹਿਗੁਰੂ ਦੇ ਦਰਸ਼ਨ ਹੁੰਦੇ ਆ, ਫਿਰ ਬਾਹਰ ਵੀ ਦਰਸ਼ਨ ਇੱਕੋ ਹੀ ਨਜ਼ਰ ਆਉਂਦਾ ਹੈ, ਭਾਈ ਕਨ੍ਹਈਏ ਵਾਂਗੂ। ਆਓ, ਇੱਕ ਭਾਈ ਤੀਰਥਾ ਹੋਇਆ ਹੈ, 5ਵੇਂ ਪਾਤਸ਼ਾਹ ਜੀ ਦਾ ਸਿੱਖ। 5ਵੇਂ ਪਾਤਸ਼ਾਹ ਗੁਰਗੱਦੀ ਦੇ ਮਾਲਕ ਸਨ। 5ਵੇਂ ਜਾਮੇ 'ਚ ਗੁਰੂ ਨਾਨਕ ਸਮਝਣਾ ਸਾਰਿਆਂ ਨੂੰ। ਇਹ ਗੱਲਾਂ ਅੰਦਰੋਂ ਤੋੜਨੀਆਂ। ਅਲੱਗ ਅਲੱਗ ਗੁਰੂ ਨਹੀਂ ਹੈ, ਗੁਰੂ ਇੱਕ ਹੈ। ਉਹ ਪੜ੍ਹੀ ਜਾਂਦੇ ਜੋਤ ਉਹ ਜੁਗਤ ਸਾਹਿ ਸਕਾਇਆ ਫਿਰ ਪ੍ਰਗਟੀਏ। ਪਾਤਸ਼ਾਹ ਨੇ ਤਾਂ ਭੁਲੇਖੇ ਦੂਰ ਕੀਤੇ ਹੋਏ ਨੇ। ਮੈਂ ਹੀ ਬਾਬਾ ਨਾਨਕ ਕਹਾਂਗਾ, ਜੁਗਤ ਵੀ ਮੇਰੀ ਉਹੀ ਹੈ। ਮੈਂ ਤਾਂ ਸਿਰਫ ਸਰੀਰ ਬਦਲਦਾ ਜਾਂਦਾ ਹੈ। ਦੇਖੋ ਪਾਤਸ਼ਾਹ ਸਾਨੂੰ ਕੀਤੀ ਮੱਤ ਦਿੰਦੇ, ਕਿਉਂ? ਹਰੇਕ ਸਰੀਰ 100 ਤੋਂ ਵੱਧ ਨਿਯਮ ਰੱਖਣਾ ਸੀ। ਹਰੇਕ ਸਰੀਰ 'ਚ ਨਵੀਂ ਮੱਤ ਦੇਣੀ ਸੀ। ਸਕੀਮ ਬਣਾਈ ਸੀ ਪਾਤਸ਼ਾਹ ਨੇ ਸਾਰੀ। 10 ਤੋਂ ਗਾਂ ਹਿੰਸਾ ਹੀ ਨਹੀਂ ਹੈ ਕੋਈ। ਇੱਕ ਫੇਰ ਸ਼ੁਰੂ ਹੋ ਜਾਂਦਾ। ਆਓ ਇਹ ਆਓ, ਉਹ ਮਨਮੁਖ ਸੀ। ਉੱਥੇ ਨਾ ਭਾਨੂ ਨਾਮ ਦਾ ਇੱਕ ਹੋਰ ਨਾਂ ਆ, ਮੈਨੂੰ ਉਹ ਭੁੱਲ ਗਿਆ, ਇੱਕ ਨਿਹਾਲੂ। 2-3 ਗੁਰੂ ਦੇ ਸਿੱਖ ਸਨ ਪਿੰਡ 'ਚ। ਤੇ ਉਹ ਉਹਨਾਂ ਦੇ ਕੋਲੇ ਬਹਿਣ ਲੱਗ ਗਿਆ, ਸੰਗਤ ਕਰਨ ਲੱਗ ਗਿਆ। ਉਹ ਵੀ ਆ ਗਿਆ ਕਰੇ, ਚੰਗਾ ਲੱਗੇ। ਜਿਹਨੂੰ ਲੱਗਦੀ ਹੈ ਉਹੀ ਗੁਰਸਿੱਖ ਦੇ ਕੋਲੇ ਆ ਕੇ ਬਹਿੰਦਾ ਹੈ। ਉਹਦੇ ਨਾਲ ਹੀ ਪਾਉਂਦਾ, ਫਿਰ ਮਿੱਤਰਤਾ ਪਾਉਂਦਾ। ਤੇ ਉਹ ਮਿੱਤਰਤਾ ਫਿਰ ਹੌਲੀ ਹੌਲੀ ਉਹ ਚੰਦਨ ਦੇ ਨਿਕਟੇ ਬਸੇ ਬਾਂਸ ਵਾਂਗੂ ਤਾਂ ਨਹੀਂ ਹੈ ਚੰਦਨ, ਜਿਹੜਾ ਦੂਜਿਆਂ ਨੂੰ ਵੀ ਚੰਦਨ ਬਣਾ ਦਿੰਦਾ ਹੈ। ਗੁਰਸਿੱਖ ਕੋਲੇ ਬੈਠੋਗੇ ਤਾਂ ਸੰਗ ਜਿਹੜਾ ਉਹ ਤੋਤੇ ਨੇ ਗਣਕਾ ਤਾਰ ਦਿੱਤੀ, ਉਹਦਾ ਸੰਗ ਤਾਂ ਗੁਰਸਿੱਖ ਦਾ ਸੰਗ ਤਾਂ ਤੈਨੂੰ ਹੌਲੀ ਹੌਲੀ ਲੈ ਜੂ ਉੱਧਰ ਨੂੰ। ਤਾਂ ਹੀ ਗੁਰਸਿੱਖ ਕੋਲ ਗੱਲ ਸੁਣਨੀ ਚਾਹੀਦੀ ਹੈ, ਪਰ ਸਾਖਤ ਨਹੀਂ ਸੁਣਦਾ। ਉਹਦਾ ਧਿਆਨ ਉਹ ਆਉਂਦਾ ਹੀ ਨਹੀਂ, ਉਹਦੇ ਕੋਲ ਡੇੜੇ ਹੀ ਨਹੀਂ ਆਉਂਦਾ।
ਉਹ ਉਹਨਾਂ ਕੋਲ ਬਹਿਣ ਲੱਗ ਗਿਆ। ਉਹ ਸ਼ਾਮ ਨੂੰ ਸੁਰਤੀ ਲਾਉਣ ਵਾਲੇ, ਨਾਮ ਜਪਣ ਵਾਲੇ ਸੀ, ਘਰੇ ਨਾਮ ਜਪਦੇ ਸੀ, ਉਹ ਵੀ ਨਾਮ ਜਪਣ ਲੱਗ ਗਿਆ। ਤੇ ਹੌਲੀ ਹੌਲੀ ਕਹਿੰਦਾ, ਉਹ ਨਗੋਰਾ ਸੀ ਅਜੇ, ਬੜੇਪਾ ਸੀ ਉਹਦੇ ਤੇ। ਉਹਨਾਂ ਨੂੰ ਕਹਿਣ ਲੱਗਾ ਵੀ ਮੈਨੂੰ ਬੜੇਪੇ ਤੋਂ ਡਰ ਲੱਗਦਾ, ਮੌਤ ਤੋਂ ਡਰ ਲੱਗਦਾ। ਉਹ ਕਹਿੰਦੇ ਕੋਈ ਗੱਲ ਨਹੀਂ, ਫਿਰ ਕੋਈ ਗੱਲ ਨਹੀਂ, ਗੁਰੂ ਸਾਹਿਬ ਕੋਲ ਚੱਲੀ ਤੇ ਉਹ ਤੈਨੂੰ ਦਾਤ ਦੇ ਦੇਣਗੇ, ਦਰਸ਼ਨ ਕਰ। ਕਹਿੰਦਾ ਫਿਰ ਮੈਨੂੰ ਵੀ ਲੈ ਕੇ ਚੱਲਿਓ। ਅੰਮ੍ਰਿਤਸਰ ਉਦੋਂ ਤੁਰ ਕੇ ਆਉਂਦੇ ਹੁੰਦੇ ਸੀ, ਉਹ ਤੁਰ ਕੇ ਆਏ, ਨਾਲ ਸਮਾਨ ਲਵੇ। ਉੱਥੇ ਜਾ ਕੇ ਮਹਾਰਾਜ ਕੋਲ ਥੋੜ੍ਹੇ ਦਿਨ ਰਹਿੰਦੇ ਹੁੰਦੇ ਸੀ, ਆ ਕੇ ਸੰਗਤ ਕਰਕੇ ਜਾਏ ਤਾਂ ਨਹੀਂ ਵੀ ਇੱਕ ਦਿਨ 'ਚ ਹੀ ਮੁੜ ਜਾਂਦੇ ਸੀ। ਨਾਲ ਕੱਪੜੇ ਬੰਨੇ, ਜਿਵੇਂ ਬੈਗ, ਗਠੜੀਆਂ। ਉਦੋਂ ਗਠੜੀਆਂ ਹੁੰਦੀਆਂ ਸੀ ਪਹਿਲਾਂ, ਹੁਣ ਤਾਂ ਬੈਗ ਹੁਣ ਬਣੇ ਨੇ। ਉਦੋਂ ਗਠੜੀਆਂ 'ਚ ਆਪਦੇ ਕੱਪੜੇ ਬੰਨ੍ਹ ਕੇ ਲੈ ਜਾਂਦੇ। ਬਿਰਧ ਸੀਗਾ ਅੰਮ੍ਰਿਤਸਰ ਦੇ ਨੇੜੇ ਆ ਕੇ, ਰਾਤ ਪੈ ਗਈ, ਨੇੜੇ ਆ ਗਏ। ਉਹ ਕਹਿੰਦਾ ਮੈਂ ਤਾਂ ਗਿਆ ਥੱਕ, ਮੇਰੇ ਤੋਂ ਤਾਂ ਨਹੀਂ ਤੁਰ ਹੁੰਦਾ, ਤੁਸੀਂ ਜਾਓ, ਮੈਂ ਹੌਲੀ ਹੌਲੀ ਕੋਈ ਦੇਖਦਾ, ਮੈਂ ਕੋਈ ਜੇ ਗੱਲ ਬਣ ਜੇ ਤਾਂ ਤੁਸੀਂ ਕਾਹਨੂੰ ਰਾਟ ਕਰਾਂ ਮੇਰੇ ਆਖੇ। ਉਹ ਕਹਿੰਦੇ ਵੀ ਤੈਨੂੰ ਛੱਡ ਕੇ ਤਾਂ ਨਹੀਂ ਜਾ ਕੇ ਰਾਜੀ ਅਸੀਂ, ਪਰ ਸਾਨੂੰ ਵੀ ਅਸੀਂ ਦੇਖਦੇ ਹਾਂ, ਉੱਥੇ ਕੋਈ ਇੰਤਜ਼ਾਮ ਸੋਚਾਂਗੇ ਜਾ ਕੇ। ਉੱਥੇ ਬਹਿ ਗਿਆ। ਕੋਲੇ ਇੱਕ ਨੌਜਵਾਨ ਆਇਆ, ਕਹਿੰਦਾ ਬਾਪੂ ਕਿਵੇਂ ਇੱਥੇ ਬੈਠਾ? ਕਹਿੰਦਾ ਮੇਰੇ ਤੋਂ ਤੁਰ ਨਹੀਂ ਹੁੰਦਾ, ਮੈਂ ਤੁਰਨ ਆਇਆ ਸੀ, ਗੁਰੂ ਨਾਨਕ ਦੇ ਘਰ ਦੇ ਦਰਸ਼ਨ ਕਰਨ ਆਇਆ ਸੀ। ਕਹਿੰਦਾ ਬਾਪੂ ਫਿਰ, ਕਹਿੰਦੇ ਤੂੰ ਜਾਣਦਾ? ਨੌਜਵਾਨ ਨੂੰ ਕਹਿਣ ਲੱਗਾ ਮੇਰੇ ਤੇ ਨਾਲ ਦੇ ਸਾਥੀ ਤਾਂ ਤੁਰ ਗਏ ਨੇ, ਮੈਂ ਇਕੱਲਾ ਰਹਿ ਗਿਆ, ਮੈਨੂੰ ਪਤਾ ਨਹੀਂ, ਮੈਂ ਪਹਿਲੀ ਵਾਰ ਆਇਆ। ਨੌਜਵਾਨ ਕਹਿੰਦਾ ਹਾਂ ਮੈਂ ਜਾਣਦਾ ਗੁਰੂ ਨਾਨਕ ਦਾ ਘਰ। ਬਾਪੂ ਮੈਨੂੰ ਗਠੜੀ ਫੜਾ ਦੇ। ਗਠੜੀ ਚੱਕ ਲਈ, ਬਾਂਹ ਫੜ ਲਈ, ਹੌਲੀ ਹੌਲੀ ਤੁਰ। ਕਹਿੰਦੇ ਕੋਈ ਗੱਲ ਨਹੀਂ, ਲੈ ਚਲੇ ਜਾਵਾਂਗੇ ਹੌਲੀ। ਬਹੁਤ ਚਿਰ ਬਾਅਦ ਉੱਥੇ ਉੱਪੜੇ ਜਾ ਕੇ ਕਮਰੇ 'ਚ ਪਾ, ਉਸ ਨੌਜਵਾਨ ਨੇ ਕਮਰੇ 'ਚ ਉਹਨੂੰ ਮੰਜੇ ਤੇ ਜਾ ਕੇ ਪਾਇਆ, ਤੀਰਥੇ ਨੂੰ। ਤੇ ਮਹਾਰਾਜ ਉਹ ਨੌਜਵਾਨ ਫਿਰ ਨਾ ਪਾਣੀ ਲਿਆਇਆ, ਕੜਾਈਆ ਤੱਤਾ ਪਾਣੀ ਲਿਆਇਆ, ਉਹਦੇ ਹੱਥ ਪੈਰ ਸਾਰੇ ਪੈਰ ਧੋਤੇ, ਸਭ ਕੁਛ ਉਹਦੀ ਮਾਲਸ਼ ਕਰੀ, ਕੁੱਟਿਆ ਪੱਪਿਆ, ਨਾਲੇ ਉਹਨੂੰ ਉੱਥੇ ਪ੍ਰਸ਼ਾਦਾ ਲਿਆ ਕੇ ਦਿੱਤਾ। ਤੇ ਗਰਮੀ ਦਾ ਮੌਸਮ ਸੀ, ਥੋੜ੍ਹਾ ਚਿਰ ਨੀਂਦ ਨਹੀਂ ਆਉਂਦੀ, ਪੁਰਾਣੇ ਉੱਦਾਂ ਪੱਖੇ ਹੁੰਦੇ ਨਹੀਂ ਸੀ, ਤੇ ਪੱਖੀ ਨਾਲ ਝੱਲ ਮਾਰ ਕੇ ਵੀ ਗਏ। 12 ਵਜੇ ਤੱਕ ਪਾਛ ਉਹ ਨੌਜਵਾਨ ਸੇਵਾ ਕਰਦਾ ਰਿਹਾ। ਕਹਿੰਦਾ ਬਾਪੂ ਹੁਣ ਤੂੰ ਪਿਆ ਰਹਿ, ਸਵੇਰੇ 9 ਵਜੇ ਦੀਵਾਨ ਸਜਣਾ ਹੈ ਗੁਰੂ ਸਾਹਿਬ ਦਾ, ਉਦੋਂ ਆਈ ਤੂੰ, 2-4 ਹੋਰ ਰੈਸਟ ਕਰ ਲਈ। ਸੁਬਾਹ ਉੱਠ ਖੜੀ, ਜਦੋਂ ਤੈਨੂੰ ਜਾਗ ਆਈ ਉਦੋਂ ਤੂੰ ਇਸ਼ਨਾਨ ਕਰ ਲਈ, ਫਿਰ 9 ਵਜੇ ਆ। ਟਾਈਮ ਵੀ ਦੱਸਦਾ। ਚਲੋ ਸਵੇਰੇ ਉੱਠਿਆ ਤੇ ਇਸ਼ਨਾਨ ਪਾਣੀ ਕੀਤਾ ਤੇ 9 ਵਜੇ ਦੀਵਾਨ ਸਜਿਆ ਸੀ, ਉਹ ਵੀ ਆ ਗਿਆ। ਜਦੋਂ ਗੁਰੂ ਸਾਹਿਬ ਨੂੰ ਦਰਸ਼ਨ ਕੀਤੇ, ਮਹਾਰਾਜ ਨਾਮ ਜਪਾ ਰਹੇ ਸੀ, ਸਾਰਿਆਂ ਦੀਆਂ ਸੁਰਤੀਆਂ ਲੱਗੀਆਂ ਹੋਈਆਂ ਸੀ, ਅੱਖਾਂ ਮੀਚੀਆਂ ਹੋਈਆਂ ਸੀ। ਇਹ ਹੈ ਸੁਰਤੀ ਦਾ ਮਾਰਗ। ਟਕਾ ਜਦੋਂ ਆ ਜਾਏ ਉਦੋਂ ਚੁੱਪ ਕਰ ਜਾਓ, ਉਦੋਂ ਅੰਦਰ ਜਪੋ, ਕਿਉਂ ਅੰਦਰੋਂ ਹੀ ਪ੍ਰਾਪਤੀ ਹੈ ਸਾਰੀ, ਅੰਦਰੋਂ ਹੀ ਸੁਰਤ ਨੇ ਜਪਣਾ ਆ। ਠਾਕਰ ਗਾਈਏ ਆਤਮ ਰੰਗ, ਪਾਤਸ਼ਾਹ ਦਾ ਐਵੇਂ ਬਚਨ ਕਹੀ ਜਾਂਦੇ ਆ। ਇਹ ਕਿਹੜੇ ਰੰਗ ਨਾਲ ਗਾਉਣਾ, ਕਿਹੜੇ ਪਿਆਰ ਨਾਲ ਆਤਮਾ ਨੇ ਗਾਉਣਾ? ਛੜਨੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸੰਗ। ਇਹ ਘੋਟੇ ਥੋੜਾ ਲਾਉਣੇ ਆ। ਮਹਾਰਾਜ ਸਹਿਜ ਉਹ ਸੁਰਤੀਆਂ 'ਚ ਬੈਠੇ ਸੀਗੇ। ਜਦੋਂ ਇਹ ਆਇਆ, ਇਹਨੇ ਦਰਸ਼ਨ ਕੀਤੇ ਤੇ ਚਰਨਾਂ ਨੂੰ ਫੜ ਕੇ ਤੇ ਭੁੱਬਾਂ ਮਾਰ ਰੋਇਆ, ਭੁੱਬਾਂ ਮਾਰ ਕੇ ਰੋ ਪਿਆ। ਸਾਰਿਆਂ ਦੀਆਂ ਅੱਖਾਂ ਖੁੱਲ੍ਹ ਗਈਆਂ ਵੀ ਆ ਗਈ। ਹੁਣ ਇੱਥੇ ਕੋਈ ਵਾਕਿਆ ਇਹੋ ਜਿਹਾ ਹੋ ਜੇ, ਕਿਸੇ ਨੂੰ ਬਰਾਗ ਆ ਜਾਂਦਾ ਹੈ ਤਾਂ ਸਾਰੀ ਅੱਖਾਂ ਦੇਖਦੇ ਆ ਵੀ ਕੌਣ ਬਰਾਗ, ਜਿਹਨੂੰ ਗੁਰੂ ਸਾਹਿਬ ਨੇ ਕਿਰਪਾ ਕਰੀ ਹੈ। ਬਰਾਗ ਜਦੋਂ ਆਉਂਦਾ ਨਾ, ਉਦੋਂ ਗੁਰੂ ਸਾਹਿਬ ਸਿਰ 'ਤੇ ਖੜੇ ਹੁੰਦੇ ਆ, ਬਿਨਾਂ ਗੁਰੂ ਸਾਹਿਬ ਤੋਂ ਬਰਾਗ ਨਹੀਂ ਆਉਂਦਾ। ਇੱਥੇ ਸੰਗ 'ਚ ਸਤਿਗੁਰ ਕੋਲੇ ਹੁੰਦੇ ਆ, ਸਤਿਗੁਰ ਪਿੱਛੋਂ ਆਪਦੀਆਂ ਨੂਰੀ ਕਿਰਨਾਂ ਛੱਡਦੇ ਆ।
ਅਸੀਂ ਕੀ ਆ ਮੂਹਰੇ, ਕੱਖ ਵੀ ਨਹੀਂ। ਕੁਛ ਕਰਾ ਲਵੇ ਸਾਥ, ਪ੍ਰਭ ਡੋਰੀ ਹੱਥ ਮਾਰੇ, ਉਹਦੇ ਹੱਥ 'ਚ ਡੋਰੀ ਆ ਸਾਰੀ ਸਾਡੀ। ਇਹ ਨਹੀਂ ਵੀ ਅਸੀਂ ਅੰਮ੍ਰਿਤ ਛਕ ਲਿਆ, ਅੰਮ੍ਰਿਤ ਛਕਾਇਆ ਸਾਨੂੰ ਗੁਰੂ ਸਾਹਿਬ ਨੇ, ਲੜ ਲਾਇਆ, ਸਾਧ ਸੰਗਤ ਕਰਾ ਰਹੇ ਨੇ। ਕਰੋੜਾਂ ਵਾਰ ਧੰਨਵਾਦ ਸੱਚੇ ਪਾਤਸ਼ਾਹ। ਜਦ ਪੁੱਬਾ ਮਾਰ ਰੋਇਆ ਤਾਂ ਗੁਰੂ ਸਾਹਿਬ ਕਹਿੰਦੇ, ਬਾਪੂ ਕਿਉਂ ਜੀਕਾ ਮਾਰਨ ਲੱਗ ਗਿਆ? ਉਵੇਂ ਹੀ ਮੱਥਾ ਟੇਕਦਾ ਸੰਗ ਤੇ, ਕਹਿਣ ਲੱਗਾ, ਸੰਗ ਤੇ ਮੈਨੂੰ ਇਹ ਦੱਸੋ, ਮੈਂ ਪਾਪ ਬਖਸ਼ਾਉਣ ਆਇਆ ਸੀ, ਆ ਤਾਂ ਮੈਂ ਦੂਣੇ ਪਾਪ ਚਾੜ ਕੇ ਲੈ ਚੱਲਿਆ ਹੈਂ? ਦੂਣੇ ਪਾਪ ਚਾੜ ਚੱਲਿਆ, ਇੱਥੇ ਤਾਂ ਪਾਪ ਬਖਸ਼ਾਉਣ ਆਇਆ ਸੀ ਮੈਂ ਤਾਂ ਪਾਪੀ ਆ। ਗੁਰੂ ਬਾਪੂ ਚੁੱਪ ਕਰ, ਗੁਰੂ ਸਾਹਿਬ ਕਹਿੰਦੇ ਚੁੱਪ ਕਰ ਬਾਪੂ, ਚੁੱਪ ਕਰ, ਕਾਹਨੂੰ ਭੇਦ ਦੱਸਦਾ ਮੇਰਾ ਤੇਰਾ, ਚੁੱਪ ਕਰ ਜਾ। ਫਿਰ ਜਾ ਕੇ ਪਿੱਛੇ ਗੁਰੂ ਸਾਹਿਬ ਨੇ ਉਠਾਇਆ ਚਰਨਾਂ ਤੋਂ, ਤੇ ਆਪ ਪਿੱਛੇ ਬਾਂਹ ਫੜ ਕੇ ਤੇ ਉਹਨੂੰ ਪਿੱਛੇ ਬਾਇਆ, ਬਹਿ ਜਾ ਇੱਥੇ, ਸੁਰਤੀ ਲਾ, ਨਾਮ ਜਪ। ਉਹਦੇ ਇੱਕ ਵਾਰ ਮੁਖੜੇ 'ਚੋਂ ਵਾਹਿਗੁਰੂ ਗੁਰੂ ਸਾਹਿਬ ਕਹਿ ਦਿੰਦੇ ਸੀ, ਸਾਨੂੰ ਨਾਮ ਦੀ ਦਾਤ ਮਿਲ ਜਾਂਦੀ ਸੀ। ਬਹਿ ਗਿਆ, ਥੋੜੇ ਚਿਰ ਬਾਅਦ ਫੇਰ ਲੱਗ ਗਿਆ ਰੋਣ, ਚੀਕਾਂ ਮਾਰ ਉੱਠਿਆ। ਫਿਰ ਆਪਦੇ ਯਾਦ ਆ ਗਿਆ ਵੀ ਸਾਰੀ ਕਹਾਣੀ ਰਾਤ ਦੀ ਯਾਦ ਆ ਗਈ। ਸੰਗਤ ਮੈਂ ਨਹੀਂ ਹਟਣਾ। ਸੰਗਤ ਕਹਿੰਦੀ ਜੀ, ਸਾਰੀ ਸੰਗਤ ਆਪਣੇ ਧਿਆਨ ਕਰ ਲੱਗ ਜਾਂਦੀ ਵੀ ਕੋਈ ਖਾਸ ਵਾਕਿਆ ਹੈ ਜਿਹੜਾ ਫੇਰ ਰੋਣ ਲੱਗ ਗਿਆ। ਓਏ ਦੱਸ ਓਏ ਸਿੱਖਾ, ਕੀ ਹੋ ਗਿਆ ਤੈਨੂੰ, ਕੀ ਹੋ ਗਿਆ ਸੀ? ਆਪਾਂ ਆਪਣੇ ਵਰਗੇ ਸਾਰੇ ਪੁੱਛਣ ਲੱਗ ਜਾਂਦੇ, ਕੋਈ ਗੱਲ ਹੋਈ? ਹਾਂ ਕਹਿੰਦਾ ਵੀ ਆ ਮੈਨੂੰ ਦੋ ਸਿੰਘ ਮੈਨੂੰ ਉੱਥੇ ਛੱਡਿਆ ਸੀ। ਇਹ ਜਿਹੜਾ ਰਾਤ ਦੇ ਨੌਜਵਾਨ ਸੀ, ਇਹਨਾਂ ਨੇ ਮੇਰੀ ਗਠੜੀ ਚੱਕੀ, ਫਿਰ ਮੇਰੇ ਇੱਥੇ ਆ ਕੇ ਚਰਨ ਧੋਤੇ, ਫਿਰ ਮੈਨੂੰ ਰੋਟੀ ਛਕਾਈ, ਫਿਰ ਮੈਨੂੰ ਪੱਖਾ ਝੱਲਿਆ। ਉਹ ਕੌਣ ਸੀ ਨੌਜਵਾਨ? ਹੋਇਆ ਗੁਰੂ ਸਾਹਿਬ ਸੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਨ ਉਹ ਨੌਜਵਾਨ ਹੈ। ਉਹ ਫੇਰ ਡਿੱਪਿਆ ਮਹਾਰਾਜ ਦੇ ਚਰਨਾਂ ਤੇ ਉੱਠ। ਕਹਿੰਦੇ ਤੀਰਥਾ ਅਸੀਂ ਤਾਂ ਲੁਕਾਉਂਦੇ ਸੀ, ਤੂੰ ਸਾਰਿਆਂ ਨੂੰ ਦੱਸਦਾ, ਚੱਲ ਮੈਂ ਵੀ ਦੱਸ ਦਿੰਦਾ। ਮੇਰੀ ਵੀ ਇੱਕ ਲਾਈਨ ਲਿਖੀ ਹੋਈ ਆ ਸੱਚੇ ਪਾਤਸ਼ਾਹ 'ਚ, ਮੈਂ ਬੱਧੀ ਸੱਚ ਧਰਮਸਾਲ ਹੈ। ਮੈਂ ਧਰਮਸ਼ਾਲਾ ਬਣਾਈ ਆ ਸਾਧ ਸੰਗਤ ਜਾ ਕੇ, ਸੱਚੀ ਜਿੱਥੇ ਸੱਚਾ ਸਿਮਰਨ ਕੀਤਾ ਜਾਂਦਾ ਹੈ ਉਹ ਮੈਂ ਬੰਨਿਆ ਆ ਕੇ, ਉਹ ਮੈਂ ਬਣਾਈ ਆ ਧਰਤੀ ਤੇ। ਕਿਉਂ ਸੱਚਖੰਡ ਦਾ ਨਕਸ਼ਾ ਮੈਂ ਧਰਤੀ ਤੇ ਪਹਿਲਾਂ ਬਣਾ ਕੇ ਆਇਆ ਧਰਤੀ ਤੇ, ਵੀ ਇਹੀ ਤੇਰਾ ਘਰ ਆ ਪੁੱਤਰਾ। ਗੁਰਸਿੱਖਾ ਰਹਿੰਦਾ ਭਾਲ ਕੇ। ਤੇ ਫਿਰ ਨਾ ਮੈਂ ਪਹਿਲੇ ਜਦੋਂ ਆਇਆ ਸੀ ਪ੍ਰਗਟ ਹੋਇਆ ਸੀਗਾ, ਉਦੋਂ ਮੈਂ ਗੁਰਸਿੱਖ ਲੱਭਦੇ ਸੀ, ਮੈਂ ਆਪ ਭਾਲ ਕੇ ਲੱਭੇ। ਮੈਂ ਆਪ ਗਿਆ ਸੱਜਣ ਕੋਲੇ, ਮੈਂ ਆਪ ਗਿਆ ਭਾਈ ਲਾਲੋ ਕੋਲੇ, ਗੁਰਸਿੱਖਾਂ ਨੂੰ ਲੱਭ ਕੇ ਲਿਆਇਆ। ਸਾਨੂੰ ਵੀ ਲੱਭ ਕੇ ਲਿਆਇਆ, ਇਹ ਨਾ ਵੀ ਉੱਥੋਂ ਦੇ ਉਦੋਂ ਦੇ ਗਿਣ ਲੈਣੇ ਆ। ਸਾਨੂੰ ਸਾਰੀ ਸ੍ਰਿਸ਼ਟੀ 8.25 ਅਰਬਾ ਉਹਦੇ 'ਚੋਂ ਲੱਭ ਕੇ ਲਿਆਇਆ। ਇੰਨਾ ਦਿਆਲੂ ਆ। ਹੁਣ ਨਾ ਛੱਡਿਓ ਬਾਂਹ, ਹੁਣ ਬਾਂਹ ਗੁਰੂ ਸਾਹਿਬ ਜੀ ਤੁਸੀਂ ਫੜੀ ਰੱਖਿਓ। ਇਹ ਵੀ ਆਪ ਤਾਂ ਛੱਡ ਤੋਂ ਛੁੱਟ ਜਾਣੀਆਂ। ਗੁਰਸਿੱਖਾ ਲਹਿੰਦਾ ਪਾਲ ਕੇ, ਪੈਰ ਧੋਵਾਂ, ਪੱਖਾ ਫੇਰਾਂ, ਤੇ ਇਸ ਨਿਭ ਲੱਗ ਗਿਆ ਪਾਏ ਜੀਓ। ਆ ਮੈਂ ਹਰੇਕ ਗੁਰਬਾਣੀ ਦੇ ਬਚਨ ਜਿਹੜੇ ਨੇ ਉਹ ਮੈਂ ਪ੍ਰੈਕਟੀਕਲ ਸਿੱਧ ਕਰਨੇ। ਪ੍ਰੈਕਟੀਕਲ ਮੈਂ ਜੀਵਨ ਜਾਚ ਸਿਖਾਉਣੀ ਆ ਆਪਣੇ ਪੁੱਤਰਾਂ ਨੂੰ। ਇਹੋ ਜਿਹਾ ਗੁਰੂ ਆ ਸਾਡਾ, ਇਹੋ ਜਿਹਾ ਗੁਰੂ ਆ, ਇਹੋ ਜਿਹਾ ਸਤਿਗੁਰ ਹੈ। ਅਜੇ ਬਿਰਧ ਜਿਹੜੇ ਨੇ ਬਜ਼ੁਰਗ ਮੇਰੇ ਵੱਡੇ ਵੀ ਤੋਂ ਵੀ ਵੱਡੇ ਨੇ, ਉਹ ਥੋੜ੍ਹਾ ਜਿਹਾ ਅੱਜ ਤੋਂ ਧਿਆਨ ਕਰ ਲੈਣ ਤੇ ਛੇਤੀ ਤੋਂ ਛੇਤੀ, ਜਿੰਨੇ ਸਾਹਾਂ ਦਾ ਪਤਾ ਨਹੀਂ ਕਦੋਂ ਖਤਮ ਹੋ ਜਾਣੇ ਆ,
ਜਿਹੜੇ ਕਾਲੀ ਦਾੜੀ ਵਾਲੇ ਉਹ ਵੀ ਆ ਡਰ ਰੱਖਣ ਬਈ ਹੁਣੇ ਹੀ ਛਕ ਲਈਏ ਕੰਮ ਹੁਣੇ ਹੀ ਗੁਰੂ ਸਾਹਿਬ ਦੇ ਲੜ ਲੱਗ ਜਾਈਏ, ਬਚਾਅ ਹੋ ਜੂ ਸਾਡਾ। ਹੋਰ ਕੋਈ ਬਚਾਅ ਨਹੀਂ ਕਰ ਸਕਦਾ ਗੁਰੂ ਸਾਹਿਬ ਤੋਂ ਬਗੈਰ। ਜੜਾ ਮਰਾ ਨਾ ਵਿਆਪੀ ਨੇ ਦੁੱਖ ਪਾਇਆ, ਨਾ ਕਦੇ ਦੁੱਖ ਮਿਲਣਾ ਤੇ ਨਾ ਜਰਾ ਦਾ ਦੁੱਖ ਤੇਰਾ, ਬੁਢੇਪੇ ਦਾ ਨਾਲੇ ਮਰਨ ਦਾ ਦੁੱਖ। ਗੁਰੂ ਸਾਹਿਬ ਕਿਰਪਾ ਕਰਨਾ, ਮਿਹਰ ਕਰਨਾ ਸੱਚੇ ਪਾਤਸ਼ਾਹ, ਸਾਨੂੰ ਸਮਝ ਆ ਜੇ। ਇਹ ਹੈ ਕਾਰਨ ਸੋ ਕੀਆ ਇੱਕੋ ਹੀ, ਵਾਹਿਗੁਰੂ ਇੱਕ ਹੀ ਸਿਰਜਣਹਾਰ ਜਿਹਨੇ ਸਾਨੂੰ ਬਣਾਇਆ, ਤੇ ਉਹਦੇ ਹੱਥ 'ਚ ਹੀ ਇਹ ਕਾਰਨ ਹੈ। ਜਿਹਨੂੰ ਮਰਜ਼ੀ ਅੰਮ੍ਰਿਤ ਛਕਾ ਦੇਵੇ, ਜਿਹਨੂੰ ਨਾ ਮਰਜ਼ੀ ਆ ਛਕਾਵੇ, ਜਿਹਨੂੰ ਨਗੋਰਾ ਮਾਰਨਾ ਹੈ, ਹਜੇ ਗੀੜੇ ਖੋਣੇ ਨੇ, ਇਹ ਉਹਦੀ ਮਰਜ਼ੀ ਆ। ਪਰੰਤੂ ਸਾਧ ਸੰਗਤ 'ਚ ਲਿਆਉਂਦਾ ਉਹਨੂੰ ਆ ਜਿਹਨੂੰ ਕੋਈ ਥੋੜ੍ਹੀ ਜਿਹੀ ਮੱਤ ਮਿਲ ਜੇ। ਇੱਥੋਂ ਮੱਤ ਲੈ ਕੇ ਇਹ ਨਹੀਂ ਵੀ ਸਾਰਾ ਕੁਛ ਉੱਤੇ ਸਭ ਕੰਮ ਰੋਟੀ ਆਪ ਖਾਂਦੇ ਹਾਂ, ਮੈਂ ਕਰਕੇ ਸਭ ਕੁਝ ਕਰਦੇ ਹਾਂ। ਅੰਮ੍ਰਿਤ ਛਕਣ ਵੇਲੇ ਗੁਰੂ ਸਾਹਿਬ ਛਕਾਊਗਾ, ਉਦੋਂ ਉੱਧਰ ਤੇ ਗੁਰੂ ਸਾਹਿਬ ਤੇ ਛੱਡ ਦੇਣੀ। ਇਹ ਮੂਰਖਤਾ ਹੈ। ਸਭ ਕੰਮ ਮੈਂ 'ਚ ਕਰਨੇ, ਆਪਦੀ ਮਰਜ਼ੀ ਨਾ ਕਰਨੇ, ਤੇ ਉਦੋਂ ਇਹ ਮਰਜ਼ੀ ਛੱਡ ਦੇਣੀ। ਉਹ ਤੇ ਇੱਕਦਮ ਮਰਜ਼ੀ ਛੱਡ ਕੇ ਗੁਰੂ ਸਾਹਿਬ ਦੇ ਚਰਨਾਂ ਡੇਪਾ ਟੈ ਟੇਰੀ ਹੋ ਜਾ। ਅੱਜ ਅਰਦਾਸ ਕਰਕੇ ਜਾ ਬਈ ਪਾਤਸ਼ਾਹ ਹੁਣ ਰਹਿੰਦਾ ਜੀਵਨ ਤੇਰੇ ਚਰਨਾਂ 'ਚ ਬਤੀਤ ਹੋ ਜੇ, ਤੇਰੇ ਕੋਲੇ ਪਹੁੰਚ ਜਾਈਏ, ਮੁੜ ਕੇ ਸਦੀਵੀ ਜੀਵਨ। ਇਹ ਮੌਤ ਤੋਂ ਡਰ ਤੇ ਜਦ ਤੋਂ ਕਹੇ ਸਦੀਵੀ ਜੀਵਨ। ਸਤਿਗੁਰ ਛੜਨੀ ਆਇਆ ਬਹੁਤ ਨਹੀਂ ਬਨਾਸ, ਮੁੜ ਕੇ ਤੈਨੂੰ ਮੈਂ ਨਾਸ ਨਹੀਂ ਹੋਣ ਦਊਂਗਾ ਪੁੱਤਰਾ, ਜਿਹੜਾ ਮੇਰੀ ਸ਼ਰਨੀ ਆ ਗਿਆ। ਅੱਖਰ ਵਾਧਾ ਘਾਟਾ ਭੁੱਲ ਚੁੱਕ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ। ਸਤਿ ਸ੍ਰੀ ਅਕਾਲ।